ਅਕਸਰ ਜ਼ਿਆਦਾਤਰ ਪਲੇਅਰਾਂ ਦੀ ਨਾ ਸ਼ਾਦੀਆਂ ਹੋ ਗਈਆਂ ਨੇ। ਉਹ ਸ਼ਾਦੀਆਂ ਦੀ ਜਿਵੇਂ ਜ਼ਿਆਦਾ ਸ਼ਾਦੀਆਂ ਹੁੰਦੀਆਂ ਜਾਂਦੀਆਂ ਨੇ ਉਵੇਂ ਇਹਨਾਂ ਦਾ ਜਿੱਤਣਾ ਹੀ ਮੁਸ਼ਕਲ ਹੁੰਦਾ ਜਾਂਦਾ ਹੈ। ਅਗਰ ਕਹਿ ਦਿੱਤਾ ਨਾ ਪਾਕਿਸਤਾਨ ਜਿੱਤੇਗਾ ਤੇ ਅੱਗੇ ਤਾਂ ਟੀਮ ਨੂੰ ਸਿਰਫ ਗਾਲਾਂ ਪੈਂਦੀਆਂ ਨੇ, ਆਪਾਂ ਨੂੰ ਵੀ ਗਾਲਾਂ ਪੈਂਦੀਆਂ ਨੇ। ਜਦੋਂ ਵੀ ਪਾਕਿਸਤਾਨ ਦੀ ਆਵਾਮ ਇਹਨਾਂ ਤੇ ਉਮੀਦ ਰੱਖਦੀ ਹੈ, ਇਹਨਾਂ ਨੇ ਉਮੀਦ ਤਾਂ ਤੋੜਨੀ ਹੁੰਦੀ ਹੈ। अस्सलाम वालेकुम बेलियो दोस्तों की हाल चाल है ते असी क्रिकेट के बारे अज बड़ा दिलचस्प ते अनोखा तजिया करन लगे हैं ते मेरे नाल मौजूद हैं हाफिज साहब ते हाफिज साहब बड़ी देर तो क्रिकेट रेगुलर वेख रहे हैं ते पाकिस्तान आस्ट्रेलिया के बारे कुछ सवालात हैं असी उन्हां दे जवाबात हाफिज साहब को लेने हैं ते हाफिज साहब की हाल चाल है जी ठीक ठाक। ਤੇ ਅਸੀਂ ਇਹਨਾਂ ਕੋਲ ਪਹਿਲਾ ਸਵਾਲ ਪੁੱਛਨੇ ਆ ਵੀ ਪਾਕਿਸਤਾਨ ਆਸਟ੍ਰੇਲੀਆ ਕੋਲੋਂ ਪਹਿਲਾ ਮੈਚ ਕਿਉਂ ਹਾਰਾ ਜੀ? ਕਿਉਂਕਿ ਨਾ ਪਹਿਲੇ ਮੈਚ ਦੇ ਵਿੱਚ ਟਾਰਗੇਟ ਬਹੁਤ ਥੋੜਾ ਜਿਹਾ ਘੱਟ ਸੀ ਤੇ ਜਦੋਂ ਵੀ ਟਾਰਗੇਟ ਘੱਟ ਹੋਵੇਗਾ ਤੇ ਉਦੋਂ ਜ਼ਾਹਿਰ ਹੈ ਪਾਕਿਸਤਾਨ ਦੀ ਬੈਟਿੰਗ ਦੀ ਵਜ੍ਹਾ ਤੋਂ ਹੋਵੇਗਾ। ਖਾਸ ਤੌਰ ਤੇ ਪਾਕਿਸਤਾਨ ਦੀ ਜਿਹੜੀ ਓਪਨਿੰਗ ਪਾਰਟਨਰਸ਼ਿਪ ਹੈ ਨਾ, ਸੈਮ ਅਯੂਬ, ਅਬਦੁੱਲਾ ਸ਼ਫੀਕ ਦੋਵੇਂ ਹੀ ਥੋੜੇ ਜਿਹੇ ਇਨਐਕਸਪੀਰੀਅੰਸ ਪਲੇਅਰ ਨੇ। ਅਗਰ ਇਹਨਾਂ ਦਾ ਅਗਰ ਓਪਨਿੰਗ ਪਾਰਟਨਰਸ਼ਿਪ ਓਪਨਿੰਗ ਸਟੈਂਡ ਅਗਰ ਅੱਛਾ ਨਹੀਂ ਨਾ ਲੱਗਦਾ ਤੇ ਪਾਕਿਸਤਾਨ ਦੀ ਟੀਮ ਤੇ ਪ੍ਰੈਸ਼ਰ ਰਹੇਗਾ। ਤੇ ਆਸਟ੍ਰੇਲੀਆ ਦੇ ਵਿੱਚ ਖਾਸ ਤੌਰ ਤੇ ਉਹਨਾਂ ਦੀ ਬੋਲਿੰਗ ਅਟੈਕ ਬਹੁਤ ਅੱਛਾ ਹੈ। ਇਹਨਾਂ ਵਾਸਤੇ ਬਹੁਤ ਬੜਾ ਚੈਲੰਜ ਹੈ ਆਸਟ੍ਰੇਲੀਆ ਦੇ ਖਿਲਾਫ ਅੱਛਾ ਸਟੈਂਡ ਦੇਣਾ, ਅੱਛਾ ਟਾਰਗੇਟ ਦੇਣਾ, ਇਹ ਇਹਨਾਂ ਵਾਸਤੇ ਬਹੁਤ ਬੜਾ ਚੈਲੰਜ ਹੈ। ਦੂਸਰਾ ਸਵਾਲ ਇਹ ਹੈ ਰਿਜ਼ਵਾਨ ਦੀ ਕਪਤਾਨੀ ਦੇ ਬਾਰੇ ਤੁਹਾਡਾ ਕੀ ਖਿਆਲ ਹੈ? रिजवान एक बड़ा अच्छा कप्तान है, इहदी मुल्तान सुल्तान की क्यादत भी की है, जितवाए ने ते बड़ा यानी कि समझदार ते टेक्निकल ते दलेर भी है। इहदी कप्तानी च भी पॉजिटिव इंटेंट है ते बैटिंग च भी पॉजिटिव इंटेंट है। ये मैं सिर्फ नहीं कह रहा कि अच्छा कप्तान है, बल्कि ट्वीट आए ने आस्ट्रेलियावी प्लेयरां दे ट्वीट आए ने कि रिजवान की कप्तानी नजर आई है, बहुत अच्छी कप्तानी रही है। ते दूसरा मोहम्मद आमिर ने एक ट्वीट किया है। मोहम्मद आमिर ने भी कहा भी कोई गल नहीं, तुसी टीम ने एफर्ट अच्छी की है ते कोई नहीं, अगर हार गया तो खैर है। लेकिन रिजवान की कप्तानी भी नजर आई है। रिजवान की कप्तानी के बारे यानी कि जेड़े वाकई समझदार ने, जिन्होंने पता है, उन्होंने तारीफ की है कि रिजवान की कप्तानी अच्छी सी। तो उम्मीद की जाती है कि इंशाल्लाह रिजवान की कप्तानी पाकिस्तान जीतेगी। अब अगला सवाल ये है भी इंग्लैंड के खिलाफ बाबर आजम ने इन्हें ड्रॉप किया ते कामरान गुलाम ने इन्हें टीम दे विच ले आंदा। ਹੁਣ ਵੀ ਕਈ ਲੋਕ ਕਹਿ ਰਹੇ ਨੇ ਵੀ ਬਾਬਰ ਆਜ਼ਮ ਨੂੰ ਡ੍ਰੌਪ ਕਰਨ ਤੇ ਕਾਮਰਾਨ ਗੁਲਾਮ ਨੂੰ ਹੀ ਉਹਦੀ ਜਗ੍ਹਾ ਤੋਂ ਖਿਡਾਉਣ। ਤੁਸੀਂ ਆ ਕੀ ਕਹਿੰਦੇ ਨੇ? ਨਹੀਂ ਵੇਖੋ ਨਾ, ਕਾਮਰਾਨ ਗੁਲਾਮ ਨੂੰ ਪੈਟ ਕਮਿੰਸ ਨੇ ਪਹਿਲੇ, ਤੁਸੀਂ ਪਿਛਲਾ ਮੈਚ ਅਗਰ ਵੇਖਿਆ ਨਾ ਤੇ ਉਹਨੇ ਬਾਉਂਸਰ ਕੀਤਾ ਹੈ ਨਾ ਤੇ ਬਾਉਂਸਰ ਤੇ ਉਹ ਆਊਟ ਹੋਇਆ, ਪਿੱਛੇ ਉਹਨੂੰ ਚੈੱਕ ਹੀ ਨਹੀਂ ਹੋਈ ਬਾਲ ਤੇ ਪਿੱਛੇ ਕੀਪਰ ਤੇ ਕੈਚ ਹੋਇਆ ਤੇ ਉਹਨੂੰ ਕਮੈਂਟੇਟਰ ਕਹਿ ਰਿਹਾ ਸੀ ਕਾਕਾ ਇਸ ਤਰ੍ਹਾਂ ਕਹਿ ਰਿਹਾ ਸੀ ਕਿ ਕਾਕਾ ਇਹ ਪਾਕਿਸਤਾਨ ਵਾਲੀ ਪਿੱਚ ਮੁਲਤਾਨ ਦੀ ਨਹੀਂ, ਇਹ ਆਸਟ੍ਰੇਲੀਆ ਹੈ ਤੇ ਫੌਰੀ ਆਊਟ ਵੀ ਹੋ ਗਿਆ। ਤੇ ਕਾਮਰਾਨ ਗੁਲਾਮ ਦਾ ਤੇ ਬਾਬਰ ਆਜ਼ਮ ਦਾ ਤੇ ਕੰਪੈਰੀਜ਼ਨ ਹੀ ਨਹੀਂ ਬਣਦਾ। ਵੇਖੋ ਬਾਬਰ ਆਜ਼ਮ ਦਾ ਇੱਕ ਇੰਨਾ ਐਕਸਪੀਰੀਅੰਸ ਹੈ, ਪਾਕਿਸਤਾਨ ਦੇ ਟੌਪ ਬੈਟਸਮੈਨਾਂ ਦੇ ਵਿੱਚ ਆਇਆ ਹੈ ਤੇ ਬੜਾ ਅੱਛਾ ਰਿਕਾਰਡ ਵੀ ਹੈ। ਤੇ ਪਿਛਲਾ ਮੈਚ ਵੀ ਤੁਸੀਂ ਵੇਖ ਲਓ, ਬਾਬਰ ਆਜ਼ਮ ਦਾ ਇੱਕ ਅੱਛਾ बड़े अच्छे इंटेंट नाल खेल रहा सी ते ठीक ठाक स्कोर भी किया है उस एडे अच्छे बॉलिंग पेस अटैक दे खिलाफ उन्हां पिचां ते बड़ा अच्छा स्कोर उन्हें किया। फिर भी कामरान गुलाम बाबर आजम की जगह ते नहीं बनता। अगला सवाल ये है भी आपां ये कह सकने हैं भी पाकिस्तान की हार की वजह आस्ट्रेलिया के वड्डे ग्राउंड ही हैं? कहण नूं तो कह सकते जे, लेकिन वड्डे ग्राउंड क्या पाकिस्तानी प्लेयरां नूं पता नहीं कि आस्ट्रेलिया के ग्राउंड वड्डे ने। हाँ ठीक है कि इन्हां दी प्रैक्टिस ज्यादातर वड्डे ग्राउंडां दे विच नहीं हुंदी, लेकिन इन्हां नूं पता है कि वो ग्राउंड वड्डे ने। फिर ये इंटरनेशनल प्लेयर नहीं, इन्हां नूं एक्सपोजर नहीं, ये पहले कदी उत्थे जाके खेडे नहीं, लिहाजा जो भी सूरत हाल हुंदी है इन्हां नूं सामना करना पैना है। ਵੱਡੇ ਗਰਾਊਂਡ ਵਜ੍ਹਾ ਬਣਾਣੀ ਨਹੀਂ ਚਾਹੀਦੀ, ਯਾਨੀ ਕਿ ਇਹਨਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਵੱਡੇ ਗਰਾਊਂਡਾਂ ਦੀ ਵਜ੍ਹਾ ਤੋਂ ਖਾਸ ਤੌਰ ਤੇ ਉਹ ਦਲੀਲ ਨਹੀਂ ਦੇ ਸਕਦੇ। ਆਵਾਮ ਕਹਿ ਸਕਦੀ ਕਿ ਵੱਡੇ ਗਰਾਊਂਡ ਵਜ੍ਹਾ ਬਣ ਸਕਦੇ ਨੇ, ਲੇਕਿਨ ਪਾਕਿਸਤਾਨੀ ਟੀਮ ਦੇ ਪਲੇਅਰ ਇਹ ਵਜ੍ਹਾ ਨਹੀਂ ਕਹਿ ਸਕਦੇ। ਨਾ ਹੀ ਉਹਨਾਂ ਨੇ ਵੈਸੇ ਕਹਿਣਾ ਹੈ ਕਿ ਵੱਡੇ ਗਰਾਊਂਡਾਂ ਦੀ ਵਜ੍ਹਾ ਤੋਂ ਅਸੀਂ ਹਾਰੇ ਹਾਂ, ਤੇ ਇਹ ਪਾਕਿਸਤਾਨੀ ਆਵਾਮ ਹੀ ਜ਼ਿਹਨ ਵਿੱਚ ਕੱਢ ਦੇਵੇ ਕਿ ਵੱਡੇ ਗਰਾਊਂਡ ਇੱਕ ਵਜ੍ਹਾ ਨੇ। ਪਾਕਿਸਤਾਨੀ ਟੀਮ ਕਾਫੀ ਅਰਸੇ ਤੋਂ ਸਿਰਫ ਇੰਗਲੈਂਡ ਦੇ ਖਿਲਾਫ ਜਿਹੜੇ 2 ਟੈਸਟ ਹੋਏ ਨੇ, ਇਹਨਾਂ ਤੋਂ ਇਲਾਵਾ बड़े पिछले सारे मैच हारदी पई है, उनकी की वजह है? ज्यादातर ना पाकिस्तान दी टीम ते ना बड़ा ज्यादा इन्वॉल्वमेंट हो रही है। पाकिस्तान टीम दी बोर्ड दी मैनेजमेंट जिहड़ी है, मैनेजमेंट या चेंज होवे ओ आके अपने फैसले विच करन लग पैंदे ने। हालांकि ये इन्वॉल्वमेंट बढ़दी नहीं, एक टीम है वो टीम मैरिट ते चलनी चाहिए। हां बिल्कुल, लिहाजा जिन्नी ज्यादा इन्वॉल्वमेंट रहेगी, जिन्ना
ਅਗਰ ਮੁਸਲਸਲ ਅੱਛੀ ਮੈਨੇਜਮੈਂਟ ਚੱਲਦੀ ਰਹੇਗੀ ਤੇ ਟੀਮ ਦੀ ਪਰਫਾਰਮੈਂਸ ਅੱਛੀ ਹੋਵੇਗੀ। ਜਾਂ ਮੈਨੇਜਮੈਂਟ ਦੀ ਤਬਦੀਲੀ ਹੁੰਦੀ ਹੈ, ਉਹ ਆਪਣੇ ਫੈਸਲੇ ਵਿੱਚ ਕਰਨ ਲੱਗ ਪੈਂਦੇ ਨੇ, ਕਦੀ ਸਿਲੈਕਸ਼ਨ ਕਮੇਟੀ ਚੇਂਜ ਹੋ ਜਾਂਦੀ, ਕਦੀ ਬੋਰਡ ਦਾ ਚੇਅਰਮੈਨ ਚੇਂਜ ਹੋ ਜਾਂਦਾ ਹੈ। ਚਲੋ ਇਹ ਚੇਂਜ ਹੋਵੇ, ਲੇਕਿਨ ਇਹਦਾ ਇਹ ਮਤਲਬ ਤੇ ਨਹੀਂ ਨਾ ਕਿ ਟੀਮ ਦੇ ਵਿੱਚ ਵੀ ਇਨਵੋਲਵਮੈਂਟ ਹੋਵੇ। ਤੇ ਇਹ ਇਨਵੋਲਵਮੈਂਟ ਘੱਟ ਤੋਂ ਘੱਟ ਬਲਕਿ ਬੰਦ ਹੋਣੀ ਚਾਹੀਦੀ ਹੈ, ਖਾਸ ਤੌਰ ਤੇ ਟੀਮ ਦੇ ਪਲੇਅਰਾਂ ਦੇ ਹਵਾਲੇ ਦੇ ਨਾਲ। ਦੂਸਰੇ ਵਨਡੇ ਮੈਚ ਤੇ ਪਾਕਿਸਤਾਨੀ ਟੀਮ ਦੇ ਵਿੱਚ ਕੋਈ ਤਬਦੀਲੀ ਵੀ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ? ਨਹੀਂ, ਮੈਂ ਨਹੀਂ ਸਮਝਦਾ ਕਿ ਅਜੇ ਤੱਕ ਕੋਈ ਟੀਮ ਦੇ ਵਿੱਚ ਤਬਦੀਲੀ ਹੋਣੀ ਚਾਹੀਦੀ। ਉਹਦੀ ਵਜ੍ਹਾ ਹੈ ਕਿ ਆਸਟ੍ਰੇਲੀਆ ਇੱਕ ਬੜਾ ਟਫ ਆਪੋਜੀਸ਼ਨ ਹੈ ਤੇ ਉਹ ਉਹਨਾਂ ਦੇ ਹੋਮ ਗਰਾਊਂਡ ਵੀ ਨੇ, ਫਿਰ ਪਾਕਿਸਤਾਨੀ ਪਲੇਅਰਾਂ ਵਾਸਤੇ ਬਹੁਤ ਬੜਾ ਚੈਲੰਜ ਵੀ ਹੈ। ਤੇ ਇੱਕ ਮੈਚ ਦੀ ਬੁਨਿਆਦ ਤੇ ਨਹੀਂ ਕਿਸੇ ਨੂੰ ਡ੍ਰੌਪ ਕਰਨਾ ਚਾਹੀਦਾ, ਲਿਆਦਾ ਚਾਂਸ ਇਹਨਾਂ ਨੂੰ ਦੇਣਾ ਚਾਹੀਦਾ ਹੈ। ਖਾਸ ਤੌਰ ਤੇ ਜਿਹੜਾ ਸੈਮ ਅਯੂਬ ਹੈ, ਉਹਨੂੰ ਚਾਂਸ ਖੈਰ ਪਹਿਲੇ ਵੀ ਬੜੇ ਮਿਲ ਚੁੱਕੇ ਨੇ, ਲੇਕਿਨ ਅਗਰ ਹੁਣ ਨਹੀਂ ਪਰਫਾਰਮ ਕਰੇਗਾ ਨਾ ਤੇ ਉਹਦੇ ਤੇ ਸਵਾਲੀ ਨਿਸ਼ਾਨ ਬਣ ਜਾਏਗਾ। ਚਾਂਸ ਲੈਣਾ ਚਾਹੀਦਾ, ਤਬਦੀਲੀ ਨਹੀਂ ਹੋਣੀ ਚਾਹੀਦੀ। ਤਾਂ ਬੜੇ ਚਾਂਸ ਮਿਲੇ ਨੇ। ਅਬਦੁੱਲਾ ਸ਼ਫੀਕ ਵੀ ਜ਼ਾਹਿਰ ਹੈ ਹੁਣ ਪਰਫਾਰਮ ਕਰੇ, ਕਿਉਂਕਿ ਅਬਦੁੱਲਾ ਸ਼ਫੀਕ ਨੂੰ ਚਾਂਸ ਦੇ, ਖਾਸ ਤੌਰ ਤੇ ਉਹਨੂੰ ਕਿਹਾ ਜਾ ਰਿਹਾ ਕਿ ODI ਦਾ ਇਹ ਬਿਹਤਰੀਨ ਪਲੇਅਰ ਹੈ, ਆਈਡੀਅਲ ਪਲੇਅਰ ਹੈ। ਤੇ ਆਈਡੀਅਲ ਪਲੇਅਰ ਜ਼ਾਹਿਰ ਹੈ, ਅਸੀਂ ਬੜਿਆਂ ਨੂੰ ਅੱਗੇ ਵੀ ਪਹਿਲੇ ਵੀ ਅਸੀਂ ਅਹਿਮਦ ਸ਼ਹਜ਼ਾਦ ਨੂੰ ਆਈਡੀਅਲ ਪਲੇਅਰ ਕਿਹਾ ਹੈ, ਹੋਰ ਵੀ ਉਮਰ ਅਕਮਲ ਨੂੰ ਆਈਡੀਅਲ ਪਲੇਅਰ ਕਿਹਾ ਹੈ, ਬੜਾ ਸਟਾਈਲ ਹੈ। ਲੇਕਿਨ ਬਈ ਪਰਫਾਰਮ ਨਾ ਕਰਨਗੇ ਤੇ ਫਿਰ ਬਸ ਗੱਲਾਂ ਹੀ ਰਹਿ ਜਾਣਗੀਆਂ। ਹੁਣ ਅਬਦੁੱਲਾ ਸ਼ਫੀਕ ਅਸੀਂ ਤਾਂ ਵੇਖਣਾ ਨਾ ਕਿ ਪਰਫਾਰਮ ਕਰ ਰਿਹਾ ਤਾਂ ਬਸ ਅਬਦੁੱਲਾ ਸ਼ਫੀਕ ਤੇ ਵੀ ਸਵਾਲੀਆ ਨਿਸ਼ਾਨ ਆਏਗਾ। ਨਹੀਂ ਤਾਂ ਇਮਾਮੁਲ ਹਕ ਨੂੰ ਇਹਦੀ ਵਜ੍ਹਾ ਤੋਂ ਡ੍ਰੌਪ ਕਰ ਰਹੇ ਨੇ, ਜਾਂ ਸੈਮ ਅਯੂਬ ਦੀ ਵਜ੍ਹਾ ਤੋਂ ਅਗਰ ਡ੍ਰੌਪ ਕਰ ਰਹੇ ਨੇ ਤੇ ਇਮਾਮੁਲ ਹਕ ਦੀ ਐਵਰੇਜ ਅੱਛੀ ਹੈ। ਹਾਂ, ਉਹਦੀ ਐਵਰੇਜ ਅੱਛੀ ਹੈ, ਉਹਦਾ ਐਕਸਪੀਰੀਅੰਸ ਹੈ, ਤੇ ਇਹ ਅਗਰ ਲੈ ਗਏ ਨੇ ਤੇ ਉਹਦੇ ਕੋਲ ਬੜਾ ਗੋਲਡਨ ਇਹ ਅਪਰਚੂਨਿਟੀ ਹੈ। ਹਾਂਜੀ ਹਾਫਿਜ਼ ਸਾਹਿਬ, ਦੂਸਰਾ ਵਨਡੇ ਮੈਚ ਕਿਆ ਪਾਕਿਸਤਾਨ ਜਿੱਤੇਗਾ ਕਿ ਨਹੀਂ? ਪਿਛਲੇ ਮੈਚ ਦੀ ਬੁਨਿਆਦ ਤੇ ਅਗਰ ਵੇਖਿਆ ਜਾਵੇ ਤੇ ਓਵਰਆਲ ਟੀਮ ਦੀ ਅੱਛੀ ਐਫਰਟ ਨਜ਼ਰ ਆਈ ਹੈ ਤੇ ਜਿੱਤਣ ਦੀ ਉਮੀਦ ਤਾਂ ਹੈ। ਅਸੀਂ ਉਮੀਦ ਹੀ ਰੱਖ ਸਕਦੇ ਹਾਂ, ਦੁਆ ਕਰ ਸਕਦੇ ਹਾਂ ਕਿ ਇਨਸ਼ਾਅੱਲਾ ਜਿੱਤੇਗਾ। ਤੇ ਰਿਜ਼ਵਾਨ ਦੀ ਕਪਤਾਨੀ ਦੀ ਵਜ੍ਹਾ ਤੋਂ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਦੇ ਜਿੱਤਣ ਦੇ ਚਾਂਸ ਨੇ, ਇਨਸ਼ਾਅੱਲਾ ਜਿੱਤੇਗਾ। ਅੱਲਾਹ ਕਰੇ ਜੀ ਇਨਸ਼ਾਅੱਲਾ ਜਿੱਤੇ। ਹਾਂਜੀ ਹਾਂਜੀ ਵੀ ਹਾਫਿਜ਼ ਸਾਹਿਬ, ਸਿਵਾਏ ਇੰਗਲੈਂਡ ਵਾਲੇ 2 ਟੈਸਟਾਂ ਤੋਂ ਇਲਾਵਾ ਪਾਕਿਸਤਾਨੀ ਟੀਮ ਪਿਛਲੇ ਕਾਫੀ ਸੀਰੀਜ਼ਾਂ ਹਾਰ ਗਈ ਹੈ, ਇਹਦੀ ਕੀ ਵਜ੍ਹਾ ਹੈ? ਇਹਦੀ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ ਪਾਕਿਸਤਾਨੀ ਨਾ ਅਕਸਰ ਜ਼ਿਆਦਾਤਰ ਪਲੇਅਰਾਂ ਦੀ ਨਾ ਸ਼ਾਦੀਆਂ ਹੋ ਗਈਆਂ। ਉਹ ਸ਼ਾਦੀਆਂ ਦੀ ਜਿਵੇਂ ਜ਼ਿਆਦਾ ਸ਼ਾਦੀਆਂ ਹੁੰਦੀਆਂ ਜਾਂਦੀਆਂ ਉਵੇਂ ਇਹਨਾਂ ਦਾ ਜਿੱਤਣਾ ਮੁਸ਼ਕਲ ਹੁੰਦਾ ਜਾਂਦਾ ਹੈ। ਪਾਕਿਸਤਾਨ ਆਸਟ੍ਰੇਲੀਆ ਕੋਲੋਂ ਪਹਿਲਾ ਮੈਚ ਕਿਉਂ ਹਾਰਾ ਜੀ? ਜਦੋਂ ਵੀ ਪਾਕਿਸਤਾਨ ਦੀ ਆਵਾਮ ਇਹਨਾਂ ਤੇ ਉਮੀਦ ਰੱਖਦੀ ਹੈ, ਇਹਨਾਂ ਨੇ ਉਮੀਦ ਤਾਂ ਤੋੜਨੀ ਹੁੰਦੀ ਹੈ। 2 ਟੈਸਟ ਜਾਂ ਜਿੱਤੇ ਨੇ ਪਾਕਿਸਤਾਨ ਦੀ ਟੀਮ, ਪਾਕਿਸਤਾਨ ਦੀ ਆਵਾਮ ਨੇ ਨਾ ਫਿਰ ਇਹਨਾਂ ਦੀ ਉਮੀਦ ਰੱਖਣੀ ਸ਼ੁਰੂ ਕਰ ਦਿੱਤੀ ਤੇ ਜਾਂ ਉਮੀਦ ਰੱਖੀ ਨੇ ਤੇ ਇਹਨਾਂ ਕਰਮ ਵਾਲਿਆਂ ਨੇ ਫਿਰ ਇਹਨਾਂ ਨੇ ਕੋਈ ਜਾਂ ਖੁਸ਼ੀ ਦੀ ਕੋਈ ਉਮੀਦ ਰੱਖਣ ਸਹੀ ਤੇ ਫੌਰੀ ਇਹ ਬੇੜਾ ਗਰਕ ਕਰ ਦਿੰਦੇ ਨੇ। ਦੂਸਰਾ ਵਨਡੇ ਮੈਚ ਕਿਆ ਪਾਕਿਸਤਾਨ ਜਿੱਤੇਗਾ ਕਿ ਨਹੀਂ? ਅਗਰ ਕਹਿ ਦਿੱਤਾ ਨਾ ਪਾਕਿਸਤਾਨ ਜਿੱਤੇਗਾ, ਅੱਗੇ ਤਾਂ ਟੀਮ ਨੂੰ ਸਿਰਫ ਗਾਲਾਂ ਪੈਂਦੀਆਂ ਨੇ, ਤੇ ਅਗਰ ਹਾਰ ਗਏ ਤੇ ਆਪਾਂ ਨੂੰ ਗਾਲਾਂ ਪੈਣੀਆਂ ਨੇ।